अस्सलाम वालेकुम जी। वालेकुम सलाम। ਕੀ ਹਾਲ ਚਾਲ ਹੈ, ਠੀਕ ਹੋ? ਹਾਂਜੀ ਠੀਕ ਠਾਕ। ਅੱਛਾ, ਅਸੀਂ ਅੱਜ ਤੁਹਾਡੇ ਕੋਲ ਆਏ ਆ। ਅਸੀਂ ਦੇਖਿਆ ਮੈਂ ਕਿ ਤੁਸੀਂ ਡੰਗਰ ਡੁੰਗਰ ਰੱਖੇ ਆ, ਜ਼ਮੀਨਾਂ ਤੁਹਾਡੇ ਕੋਲ ਜ਼ਿਮੀਂਦਾਰੀ ਕਰਦੇ ਹੋ। ਤੇ ਕੀ ਮਹਿੰਗਾਈ ਦਾ ਤੁਹਾਡੇ ਤੇ ਕੋਈ ਅਸਰ ਪਿਆ ਤੁਹਾਡੀ ਫੀਲਡ ਤੇ ਇਸ ਤੇ? ਅਸਰ ਤੇ ਬਹੁਤ ਜ਼ਿਆਦਾ ਆ। ਤੇ ਆਪਣਾ ਜੋ ਵੀ ਇਹ ਸਿਸਟਮ ਸਾਰਾ ਵੀ ਹੈ ਨਾ, ਮਹਿੰਗਾਈ ਜਿਹੜੀ ਬਹੁਤ ਹੋ ਗਈ ਆ। ਆਪਣਾ ਖਾਲ ਦੁੱਧ, ਇਹ ਖਾਲ ਦਾ ਰੇਟ ਵਧੀ ਜਾ ਰਿਹਾ ਵਾ, ਤੇ ਖਾਦ ਦਾ ਵੀ ਵਧੀ ਜਾ ਰਿਹਾ ਵਾ, ਤੇ ਦੁੱਧ ਉੱਥੇ ਦਾ ਉੱਥੇ ਹੀ ਆ। ਇਹ 150 100 ਇੱਥੇ ਵਿਕਦਾ। ਤੇ ਆਪਣਾ ਕਿਸਾਨਾਂ ਨੂੰ ਚਾਹੀਦਾ ਗੌਰਮੈਂਟ ਨੂੰ ਕੋਈ ਰਿਲੀਫ ਦੇਣ, ਲੇਕਿਨ ਇਹ ਕੋਈ ਨਹੀਂ ਦੇ ਰਹੇ ਹੈਗੇ। ਮਹਿੰਗਾਈ ਤੇ ਮਹਿੰਗਾਈ ਵਧੀ ਜਾਣ ਡਈ। ਹੁਣ ਜਿਹੜੀ ਕਣਕ ਆ ਇਹ ਘੱਟੋ ਘੱਟ ਵੀ 5000 ਹੋਣੀ ਚਾਹੀਦੀ ਹੈ ਜ਼ਿਮੀਂਦਾਰਾ, ਫਿਰ ਉਹ ਮਤਲਬ ਉਹਦੇ ਮਤਲਬ ਅਖਰਾਜਾਤ ਪੂਰੇ ਹੁੰਦੇ ਆ। ਲੇਕਿਨ ਉਹ ਗੌਰਮੈਂਟ 4000 3500 ਇੱਥੇ ਕੁ ਕਹਿੰਦੀ ਵੇਚੋ। ਤੇ ਕਿਸਾਨਾਂ ਨੂੰ ਇਹ ਹੈ ਕਿ ਉਹ ਕਹਿੰਦੇ ਕਿ 25 ਮਣ ਰੱਖ ਸਕਦੇ, ਤੇ ਬਾਕੀ ਜਿਹੜੀ ਸਾਰੀ ਸਾਨੂੰ ਦੋ ਕਣਕ। ਲੇਕਿਨ ਇਹ ਹੈ ਕਿ ਉਹ ਕਿਹੜਾ ਕਿ ਮਤਲਬ ਸਾਨੂੰ ਖਾਦਾ ਦਿੰਦੇ ਰਹੇ। ਉਹ ਜਦੋਂ ਸਾਨੂੰ ਖਾਦ ਚਾਹੀਦੀ ਹੁੰਦੀ ਹੈ ਉਦੋਂ ਖਾਦ ਲੱਭਦੀ ਨਹੀਂ ਹੈਗੀ। ਤੇ ਗੌਰਮੈਂਟ ਨੂੰ ਚਾਹੀਦਾ ਵਾ ਜਿਹੜਾ ਦੁੱਧ ਦਾ ਰੇਟ ਵਾ ਇਹ ਵੀ ਵਧਾਉਣ। ਬਾਕੀ ਚੀਜ਼ਾਂ ਦਾ ਰੇਟ ਵਧਾਈ ਜਾ ਰਹੇ ਆ, ਇਹਦਾ ਵੀ ਰੇਟ ਵਧਾਉਣਾ ਚਾਹੀਦਾ। ਦੁੱਧ ਦਾ ਜਿਹੜਾ 150 ਆ, 100 150 ਆ, 200 250 ਕਰਨਾ ਚਾਹੀਦਾ ਵਾ। ਫਿਰ ਜ਼ਿਮੀਂਦਾਰ ਜਾ ਖਰਚੇ ਪੂਰੇ ਹੁੰਦੇ ਆ। ਜਿਹੜੀ ਖਲ ਦੀ ਬੋਰੀ ਆ ਉਹ 2000 3500 2000 2500 ਦੀ ਸੀ, ਜਿਹੜੀ ਇਸ ਟਾਈਮ ਉਹ 4 5000 ਦੀ ਆ। 40 ਕਿਲੋ ਖਲ ਹੁੰਦੀ ਉਹਦੇ ਵਿੱਚ, ਤੇ ਉਹਦੇ ਨਾਲ 5 4 ਦਿਨ ਲੰਘਦੇ ਸਾਰੇ। ਅਸਲਾਮ ਵਾਲੇਕੁਮ ਜੀ। ਵਾਲੇकुम सलाम जी। ਕੀ ਹਾਲ ਚਾਲ ਹੈ, ਠੀਕ ਹੋ? अल्लाह पाक का शुक्र है जी। अल्लाह पाक ਦੀਆਂ ਬੜੀਆਂ ਰਹਿਮਤਾਂ ਨੇ। ਅੱਛਾ, ਮੈਨੂੰ ਦੱਸੋ ਕਿ ਗਵਰਨਮੈਂਟ ਆਫ ਪਾਕਿਸਤਾਨ ਕਿਸਾਨਾਂ ਦੀ ਤਰੱਕੀ ਵਾਸਤੇ, ਜ਼ਿਮੀਂਦਾਰੇ ਦੀ ਤਰੱਕੀ ਵਾਸਤੇ ਕੀ ਕਿਰਦਾਰ ਅਦਾ ਕਰ ਸਕਦੀ ਹੈ? ਇਹ ਵੇਖੋ ਜੀ, 47 ਦੀ ਵੰਡ ਤੋਂ ਬਾਅਦ ਆਪਣੇ ਇੱਥੇ ਸਾਡੀਆਂ ਜਿੰਨੀਆਂ ਵੀ ਜ਼ਮੀਨਾਂ ਨੇ, ਸਾਡੇ ਵਡੇਰੇ ਦੱਸਦੇ ਨੇ ਕਿ ਇੱਥੇ ਸਾਡੀ ਜਿਹੜੀ ਪੈਦਾਵਾਰ ਆ ਫੀ ਏਕੜ ਉਹ ਕਾਫੀ ਬਿਹਤਰ ਹੁੰਦੀ ਸੀ, ਤੇ ਕਾਫੀ ਅੱਛੀ। ਤਕਰੀਬਨ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਸੀਗਾ ਇਕਨੋਮਿਕਲੀ, ਉਹ ਸਾਰਾ ਹੀ ਜ਼ਿਮੀਂਦਾਰੇ ਤੋਂ ਹੁੰਦਾ ਸੀ। ਸਾਡੇ ਸਿਆਣੇ ਕਹਿੰਦੇ ਆ ਵੀ ਅਸੀਂ ਸਿਰਫ ਲੋਹਾ ਤੇ ਲੂਣ ਜਿਹੜਾ ਨਾ ਉਹ ਬਾਹਰੋਂ ਖਰੀਦਦੇ ਹੁੰਦੇ ਸੀਗੇ, ਬਾਕੀ ਹਰ ਸ਼ੈ ਸਾਡੀ ਘਰ ਦੀ ਹੁੰਦੀ ਸੀ। ਲੇਕਿਨ ਇਹ ਅਫਸੋਸ ਨਾਲ ਕਹਿਣਾ ਪੈਂਦਾ ਏ ਕਿ ਸਾਡਾ ਜਿਹੜਾ ਫੀ ਏਕੜ ਪੈਦਾਵਾਰ ਆ, ਜਾਂ ਕਹਿ ਲਓ ਕਿ ਉਹਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ ਸੀ ਉਹ ਐਡ ਨਹੀਂ ਹੋਈਆਂ। ਉਹ ਸਾਡੀ ਜਿਹੜੀ ਪੈਦਾਵਾਰ ਆ ਉਹ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹ ਪੈਦਾਵਾਰ ਘਟ ਰਹੀ ਹੈ ਮੁਸਲਸਲ। ਹੁਣ ਸਾਡੇ ਇੱਥੇ ਨਹਿਰੀ ਪਾਣੀ ਨਹੀਂ ਆ ਰਿਹਾ। ਜਦੋਂ ਨਹਿਰੀ ਪਾਣੀ ਨਹੀਂ ਆ ਰਿਹਾ, ਇੱਥੇ ਮਿੱਲਾਂ ਦਾ ਪਾਣੀ ਲੱਗਦਾ ਏ, ਤੇ ਬਾਕੀ ਇਹ ਵੀ ਜਿਹੜਾ ਪਾਣੀ ਕੁਛ ਪਿੰਡਾਂ ਪੁੰਡਾਂ ਦਾ ਪਾਣੀ ਜਿਹੜਾ ਨਾਲਿਆਂ ਨੂੜਿਆਂ ਦਾ ਲੱਗਦਾ, ਗੰਦਾ ਪਾਣੀ ਹੈ, ਉਹ ਕੋਈ ਜ਼ਿਮੀਦਾਰ ਮਤਲਬ ਖੇਤਾਂ ਵਾਸਤੇ ਅੱਛਾ ਨਹੀਂ ਹੈ। ਤੇ ਉਹ ਅਗਰ ਜਿਹੜੀ ਗੌਰਮੈਂਟ ਆ ਉਹ ਇਸ ਚੀਜ਼ ਦੀ ਤਰਫ ਤਵੱਜਾ ਦੇਵੇ, ਉਹ ਇਹ ਨਹਿਰੀ ਪਾਣੀ ਦਾ ਨਿਜ਼ਾਮ ਬਿਹਤਰ ਕਰੇ, ਉਹ ਖਾਲਿਆਂ ਦਾ ਨਿਜ਼ਾਮ ਬਿਹਤਰ ਕਰੇ, ਉਹ ਖਾਲ ਜਿਹੜੇ ਹੈ ਖਾਦ ਆ, ਜਿਹੜੀ ਬਾਕੀ ਅਦਵਿਆਤ ਨੇ, ਕੁਛ ਸਪਰੇਅ ਵਗੈਰਾ ਨੇ, ਉਹ ਕਿਸਾਨਾਂ ਨੂੰ ਮੁਹੱਈਆ ਕਰੇ। ਕਿਸਾਨਾਂ ਨੂੰ ਜਿਹੜੀ ਹੈਗੀ ਆ ਇਨਫਾਰਮੇਸ਼ਨ ਹੀ ਨਹੀਂ ਹੈ। ਹਾਲਾਂਕਿ ਕੁਝ ਚੀਜ਼ਾਂ ਐਸੀਆਂ ਹੈ ਨੇ, ਮਹਿਕਮਾ ਜਿਹੜਾ ਕੋਸ਼ਿਸ਼ ਕਰੇ, ਮਹਿਕਮਾ ਜ਼ਰਾਤ ਇਹਨਾਂ ਲੋਕਾਂ ਨੂੰ ਇਨਫਾਰਮੇਸ਼ਨ ਦੇਵੇ ਵੀ ਕਿੰਨਾ ਬੀਜ ਇਸਤੇਮਾਲ ਕਰੋ, ਕਿਹੜਾ ਬੀਜ ਇਸਤੇਮਾਲ ਕਰੋ, ਕਿੱਥੋਂ ਬੀਜ ਸਸਤਾ ਮਿਲਦਾ ਹੈ, ਸਪਰੇਆਂ ਕਿਹੜੀਆਂ ਕਰਨੀਆਂ ਹੈ, ਕਿਹੜੀਆਂ ਜੜੀਆਂ ਬੂਟੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਦਾ ਤਲਫ ਹੋਣਾ ਜ਼ਰੂਰੀ ਹੈ। ਲੇਕਿਨ ਇਸ ਤਰ੍ਹਾਂ ਦਾ ਕੋਈ ਨਿਜ਼ਾਮ ਨਹੀਂ ਹੈ। ਤੇ ਉਹ ਦੱਸੋ, ਇੱਥੇ ਤੁਸੀਂ ਆਪ ਇਲਾਕੇ 'ਚ ਵੇਖ ਰਹੇ ਹੋ, ਤੇ ਕਿਤੇ ਵੀ ਜ਼ਿਆਦਾ ਚੱਲ ਜਾਓ, ਕਿਸੇ ਤੁਹਾਨੂੰ ਨਜ਼ਰ ਨਹੀਂ ਆਏਗਾ ਮਹਿਕਮਾ ਜ਼ਰਾਤ ਦੇ ਨੇ ਕਿਤੇ ਇਨਫਾਰਮੇਸ਼ਨ ਦਿੱਤੀ ਹੋਵੇ। ਕਿਸੇ ਬੰਦੇ ਨੂੰ ਪੁੱਛ ਲਓ ਵੀ ਉਹ ਇਨਫਾਰਮੇਸ਼ਨ ਉਹਨਾਂ ਨੂੰ ਮਿਲੀ ਹੋਵੇ, ਮਹਿਕਮਾ ਜ਼ਰਾਤ ਨੇ ਦਿੱਤੀ ਹੋਵੇ। ਅਗਰ ਉਹਨਾਂ ਨੇ ਕਿਸਾਨਾਂ ਦੀ ਬਿਹਤਰੀ ਵਾਸਤੇ, ਕਿਸਾਨਾਂ ਨੂੰ ਮਤਲਬ ਜਿਹੜਾ ਉਹਨਾਂ ਨੂੰ ਇਨਫਾਰਮੇਸ਼ਨ ਚਾਹੀਦੀ ਏ ਉਹ ਮਿਲ ਨਹੀਂ ਰਹੀ, ਉਹਨਾਂ ਦੀ ਬਿਹਤਰੀ ਨਹੀਂ ਹੋ ਰਹੀ, ਤੇ ਉਹ ਫਿਰ ਕਾਹਦਾ ਪੈਸੇ ਲੈ ਰਹੇ ਨੇ ਗੌਰਮੈਂਟ ਦੇ ਕੋਲੋਂ? ਸਵਾਲ ਤੇ ਬਣਦਾ ਹੈ। ਤੇ ਹੁਣ ਸਾਡੀ ਗੌਰਮੈਂਟ ਕੋਲ ਇਹੀ ਅਪੀਲ ਹੈ ਕਿ ਇਹ ਸਿਸਟਮ ਨੂੰ ਰੀਨਿਊ ਕੀਤਾ ਜਾਵੇ, ਅਪਡੇਟ ਕੀਤਾ ਜਾਵੇ। ਹੁਣ ਬਾਹਰ ਦੇ ਮੁਲਕਾਂ 'ਚ ਦੇਖ ਲਓ, ਹਰ ਮੁਲਕ ਦੇ ਵਿੱਚ ਐਵਰੀ ਮੁਲਕ ਜਿਹੜਾ ਵੀ ਹੈ ਵਾ ਦੇਖ ਲਓ ਤੁਸੀਂ, ਉਹਦੀ ਪੈਦਾਵਾਰ ਫੀ ਏਕੜ ਵੱਧ ਰਹੀ ਹੈ। ਤੁਸੀਂ ਆਪ ਵੀ ਇੰਟਰਨੈਟ 'ਤੇ ਵੈਸੇ ਦੱਸਦੇ ਦੁੱਧਦੇ ਰਹਿੰਦੇ ਨੇ ਸਾਨੂੰ, ਅਸੀਂ ਇੰਟਰਨੈਟ ਨਾਲ ਇੰਨੇ ਇਨਵੋਲਵ ਨਹੀਂ ਹੈ, ਲੇਕਿਨ ਸਾਨੂੰ ਦੱਸਦੇ ਰਹਿੰਦੇ ਨੇ ਕਿ ਉੱਥੇ ਬਾਹਰ ਦੇ ਮੁਲਕਾਂ ਦੇ ਵਿੱਚ ਜਦੀਦ ਮਸ਼ੀਨਰੀਆਂ ਆ ਗਈਆਂ ਨੇ, ਟਰੈਕਟਰ ਆ, ਬਾਕੀ ਹਰ ਸ਼ਾਇਦ ਜਿਹੜੀ ਜਦੀਦ ਆ ਗਈ ਹੈ। ਸਾਡੇ ਹਜ਼ਾਰ ਹੋਈ ਨੇ, ਤੇ ਉਹਨਾਂ ਦੀ ਪੈਦਾਵਾਰ ਵੱਧ ਰਹੀ ਹੈ। ਕਿਸੇ ਵੀ ਮੁਲਕ ਵਿੱਚ ਤੁਸੀਂ ਚੱਲ ਜਾਓ, ਤੁਸੀਂ ਉਹਨਾਂ ਦੀ ਪੈਦਾਵਾਰ ਵੱਧ ਰਹੀ ਹੈ। ਨਿੱਕੀ ਨਿੱਕੀ ਚੀਜ਼ ਹੈ, ਇੱਕ ਫੁੱਲ ਹੀ ਆ, ਇੱਕ ਪੌਦਾ ਹੀ ਆ, ਉਹ ਪੂਰੀ ਦੁਨੀਆ ਨੂੰ ਦੇ ਰਹੇ ਨੇ। ਉੱਥੋਂ ਜਿਹੜੀ ਹੈਗੀ ਬਰੀਡਿੰਗ ਹੋ ਰਹੀ ਹੈ, ਉਹਦੀ ਬਾਇਓਟੈਕਨੋਲੋਜੀ ਹੋ ਰਹੀ ਹੈ, ਪਤਾ ਨਹੀਂ ਕੀ ਕੀ ਨਿਕਲ ਰਿਹਾ ਉਹਦਾ। ਲੇਕਿਨ ਇੱਥੇ ਉਹ ਇਸ ਤਰੀਕੇ ਦਾ ਕੋਈ ਕੰਮ ਹੀ ਕੋਈ ਨਹੀਂ ਹੈ। ਤੁਸੀਂ ਵੇਖ ਲਓ, ਸਾਰਾ ਤੁਹਾਡੇ ਸਾਹਮਣੇ ਹੀ। ਅਗਰ ਇਹੀ ਹਾਲਾਤ ਰਹਿਣਗੇ ਤੇ ਜ਼ਿਮੀਂਦਾਰ ਫਿਰ ਆਸਤਾ ਤਾਂ ਛੱਡ ਦੇਣਗੇ ਜ਼ਿਮੀਂਦਾਰੀ। ਇੱਥੇ ਫਿਰ ਕਾਨੂੰਨੀਆਂ ਹੀ ਬਣਨੀਆਂ ਨੇ, ਫਿਰ ਕਾਨੂੰਨੀਆਂ ਕੰਧਾਂ ਚੱਟੀ ਜਾਓ, ਫਿਰ ਨਾ ਇੱਥੇ ਕੋਈ ਚੀਜ਼ ਹੋਣੀ ਨਾ ਵਾਸਤਾ। ਪ੍ਰੋਡਕਸ਼ਨ ਤਾਂ ਪਾਕਿਸਤਾਨ 'ਚ ਅੱਗੇ ਖਤਮ ਹੋਈ ਜਾ ਰਹੀ ਹੈ।
ਤੇ ਫਿਰ ਕਹਿ ਰਹੇ ਅਸੀਂ ਗਰੀਬ ਆ, ਗਰੀਬ ਤਾਂ ਫਿਰ ਆਪੇ ਹੋਣਾ ਹੈ ਜਦੋਂ ਪ੍ਰੋਡਕਸ਼ਨ ਹੀ ਨਹੀਂ ਹੋਣੀ। ਕੰਧਾਂ ਦੇ ਵਿੱਚੋਂ ਕੀ ਨਿਕਲੇਗਾ, ਦੀਵਾਰਾਂ ਚੋਂ, ਬੂਹਿਆਂ ਚੋਂ ਕੀ ਨਿਕਲੇਗਾ? ਕੁਝ ਬਣੇਗਾ ਪਾਕਿਸਤਾਨ ਦੇ ਵਿੱਚ, ਕੋਈ ਪ੍ਰੋਡਕਸ਼ਨ ਬਣੇਗੀ, ਬਾਹਰ ਦੇ ਮੁਲਕਾਂ 'ਚ ਜਾਏਗੀ ਤੇ ਸਾਡੇ ਮੁਲਕ 'ਚ ਜ਼ਰੇ ਮੁਬਾਦਲਾ ਆਏਗਾ। ਤੇ ਇਹ ਐਸਾ ਕੰਮ ਕੋਈ ਹੋ ਨਹੀਂ ਰਿਹਾ। ਤੇ ਮੈਡੀਕਲੀ ਤੁਸੀਂ ਕੀ ਸਮਝਦੇ ਕਿਸ ਤਰ੍ਹਾਂ ਹਕੂਮਤ ਆਪਣਾ ਕੋਈ ਕਿਰਦਾਰ ਅਦਾ ਕਰ ਸਕਦੀ? ਮੈਡੀਕਲੀ ਜੀ ਵੇਖੋ, ਆਪਣਾ ਜਿਹੜੇ ਡੰਗਰ ਹਸਪਤਾਲ ਨੇ ਇਹਨਾਂ ਦਾ ਕੀ ਹਾਲ ਚਾਲ ਹੈ। ਕੋਈ ਜਿੱਥੇ ਜ਼ਿਆਦਾ ਡੰਗਰ ਨੇ, ਮਾਲ ਮਵੈਸ਼ੀ ਲੋਕਾਂ ਦੇ ਕੋਲ ਹੈ ਵਾ, ਉੱਥੇ ਤੁਸੀਂ ਕਿਤੇ ਵੇਖਿਆ ਵਾ ਡੰਗਰ ਹਸਪੀਟਲ ਹੋਵੇ? ਹੁਣ ਸਾਡੇ ਪਿੰਡ ਦੇ ਵਿੱਚ ਇੱਕ ਡੰਗਰ ਹਸਪੀਟਲ ਬਣਿਆ ਹੈ, ਆ ਉਹਦਾ ਇਲਾਕਾ ਹੈ ਜੀ, ਅੱਗੇ ਢਾਰੀਆਂ ਜ਼ਾਫੀ ਬਾਦੀ ਹੈ, ਤੇ ਉਹਦੇ ਵਿੱਚ ਬੰਦਾ ਹੀ ਕੋਈ ਨਹੀਂ ਆਉਂਦਾ ਹੈ। ਉਹ ਦਫ਼ਤਰ ਬਣਿਆ, ਜਾ ਕੇ ਵੇਖ ਲਓ ਉੱਥੇ, ਉਹ ਦੱਸਣ ਕਿੱਥੇ ਰਿਕਾਰਡ ਦੇ ਵਿੱਚ ਲਿਖਿਆ ਕਿ ਇੰਨੇ ਬੰਦੇ ਆਏ ਨੇ, ਇਹਨਾਂ ਨੂੰ ਅਸੀਂ ਦਵਾਈ ਦਿੱਤੀ ਹੈ, ਆਹ ਫਲਾਨਾ ਡੰਗਰ ਸੀਗਾ ਬਿਮਾਰ ਸੀ, ਉਹਨਾਂ ਨੂੰ ਅਸੀਂ ਆਹ ਮੈਡੀਸਨ ਦਿੱਤੀ ਹੈ, ਇਹ ਕੀਤਾ ਉਹ ਕੀਤਾ। ਕੋਈ ਇੱਕ ਕੰਮ ਸਾਨੂੰ ਦੱਸ ਦੇਣ ਵੀ ਇਹ ਕੀਤਾ ਰਿਕਾਰਡ ਦੇ ਵਿੱਚ ਹੈ। ਨਾ ਗੌਰਮੈਂਟ ਇਸ ਚੀਜ਼ ਦੀ ਤਰਫ ਤਵੱਜਾ ਦੇ ਰਹੀ ਹੈ। ਅਗਰ ਇਸ ਤਰ੍ਹਾਂ ਹੀ ਰਹੇਗਾ ਤੇ ਅਗਰ ਇਹਨਾਂ ਚੀਜ਼ਾਂ ਤੋਂ ਹੀ ਇਹ ਪੈਸੇ ਨਹੀਂ ਕਮਾਉਣੇ, ਇਹ ਮਤਲਬ ਜਿਹੜਾ ਜ਼ਿਮੀਂਦਾਰਾ ਹੈ ਜਾਂ ਮਾਲ ਮਵੈਸ਼ੀ ਹੈ, ਇਹਨਾਂ ਚੀਜ਼ਾਂ ਤੋਂ ਪੈਸੇ ਨਹੀਂ ਕਮਾਉਣੇ, ਫਿਰ ਕਿੱਥੋਂ ਪੈਸੇ ਕਮਾਉਣੇ? ਬਾਕੀ ਤੁਸੀਂ ਜਾਂ ਫਿਰ ਬਾਹਰ ਦੇ ਮੁਲਕ ਹੀ ਜਾ ਸਕਦੇ ਨੇ ਬੱਚੇ ਸਾਡੇ, ਪੜ੍ਹਾਈ ਪੂਰੀ ਕਰ ਰਹੇ ਨੇ, ਨੌਕਰੀਆਂ ਉਹਨਾਂ ਨੂੰ ਉਹ ਨਹੀਂ ਮਿਲ ਰਹੀਆਂ, ਤੇ ਫਿਰ ਇੱਥੇ ਨੌਜਵਾਨ ਕੀ ਕਰੇਗਾ ਵਿਚਾਰਾ? ਤੇ ਹਾਲਾਤ ਜਿਹੜੇ ਹੈਗੇ ਨੇ ਬਿਲਕੁਲ ਖ਼ਰਾਬ ਹੋਈ ਜਾ ਰਹੇ ਨੇ ਦਿਨ ਬਾ ਦਿਨ। ਗੌਰਮੈਂਟ ਨੂੰ ਚਾਹੀਦਾ ਜਿੰਨਾ ਵੀ ਸਿਸਟਮ ਹੈ ਇਹਨੂੰ ਅਪ ਟੂ ਡੇਟ ਕਰੇ। ਇਹ ਪੁਰਾਣਾ ਸਿਸਟਮ ਜਿਹੜਾ ਹੈਗਾ ਬਸੀਦਾ ਸਿਸਟਮ ਆ, ਇਹਦੇ ਵਿੱਚ ਬਹੁਤ ਜ਼ਿਆਦਾ ਖਰਾਬੀਆਂ ਨੇ। ਅਗਰ ਇਹਨੂੰ ਬਿਹਤਰ ਕੀਤਾ ਜਾਵੇ ਤੇ ਆਇੰਦਾ ਦੇ ਦਿਨ ਜਿਹੜੇ ਹੈਗੇ ਸਾਡੇ ਬਿਹਤਰ ਹੋ ਸਕਦੇ, ਪਾਕਿਸਤਾਨ ਦੇ ਵੀ ਬਿਹਤਰ ਹੋ ਸਕਦੇ। ਚਲੋ ਜੀ, ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਪਾਕਿਸਤਾਨ ਤੇ ਰਹਿਮ ਕਰੇ, ਤੇ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਆਪਣਾ ਕਿਰਦਾਰ ਅਦਾ ਕਰੇ। ਦੁਆ ਜੀ ਸਾਡੀ ਤੇ ਅੱਲਾਹ ਪਾਕ ਜਿਹੜਾ ਹੈਗਾ, ਸਾਡੀ ਹਕੂਮਤਾਂ ਦੇ ਰੌਲੇ ਨਹੀਂ ਖਤਮ ਹੋ ਰਹੇ। ਇੱਕ ਆ ਰਿਹਾ, ਦੂਜਾ ਜਾ ਰਿਹਾ, ਕਿਤੇ ਫੌਜ ਆ ਰਹੀ, ਕਿਤੇ ਕੁਛ ਆ ਰਿਹਾ, ਕਿਤੇ ਕੁਛ ਆ ਰਿਹਾ। ਹਾਲਾਤ ਬਿਹਤਰ ਹੋਣਗੇ, ਅੱਲਾਹ ਖੈਰ ਕਰੇ, ਇਨਸ਼ਾ ਅੱਲਾਹ ਤਾਲਾ। ਉਮੀਦ ਤੇ ਬੜੀ ਹੈ।